श्री वाहिगुरु जी। सतनाम श्री वाहिगुरु जी। डंडौत बंदन कबाल सब कलां समरथ डोलन ते रखो प्रभु नानक दे कर हथ। ज्ञान अंजन गुर दिया अज्ञान अंधेर विनाश हर कृपा ते संत भेटिया नानक मन परगास। हर कृपा ते संत भेटिया नानक मन परगास। श्री वाहिगुरु जी। सतनाम श्री वाहिगुरु साहिब जी। जिन जिन नाम तिहाया तिनके काज सरे हर गुरपुरा आराध्या दरगह सच खरे। जिन जिन नाम ध्याया तिनके काज सरे हर गुरपुरा आराध्या दरगह सच खरे। सर्ब सुखानिध चरण हर भौजल बिखम तरे प्रेम भगत तिन पाइया बिखया नाहे जरे। कूड़ गए दुविधा नसी पूरन सच परे पार ब्रह्म प्रभ सिम दे मन अंदर एक धरे। महादिवस मूरत पले जिसको नदर करे नानक मंगय दर्श दान कृपा करो हरे। महादिवस मूरत भले जिसको नदर करे नानक मंगय दर्श दान कृपा करो हरे। वाहिगुरु जी का खालसा वाहिगुरु जी की फतेह। परम सत्कारयोग गुरु रूप साध संगत जी, आप जी ने पंचम पातशाह पंजवें नानक श्री गुरु अर्जन देव जी महाराज की रचना 12 महामाज विचों अंतले पद के पाठ सरवण किए हैं। साध संगत 12 महामाज के कुल 14 पद हैं। पहले पद विच भूमिका अते मंगल चरण के शब्द हैं। उस तो बाद हर महीने नाल संबंधित करके
12 ਮਹੀਨਿਆਂ ਦੇ 12 ਪਦ ਗੁਰਮਤਿ ਸਿਧਾਂਤ ਦੀ ਵਿਆਖਿਆ ਕਰਦੇ ਹਨ ਅਤੇ ਇਹ ਆਖਰੀ ਪਦ ਜਾਂ ਇੰਜ ਕਹੀਏ 12 ਮਹਤ ਬਾਣੀ ਦੀ ਅੰਤਿਕਾ ਉਹ ਹਿੱਸਾ ਹੈ ਜਿਸ ਵਿੱਚ ਮਹਾਰਾਜ ਜੀ ਨੇ ਬਾਣੀ ਦਾ ਤੱਤ ਸਾਰ ਦੱਸਿਆ ਹੈ ਅਤੇ ਗੁਰਸਿੱਖਾਂ ਨੂੰ ਇਹ ਵੀ ਸੋਝੀ ਕਰਾਈ ਹੈ ਕਿ ਜੋ ਮਹੀਨਿਆਂ ਵਾਰਾਂ ਤੇ ਦਿਨਾਂ ਸੰਬੰਧੀ ਭਰਮ ਅਤੇ ਵਹਿਮ ਆਮ ਜਨਤਾ ਵਿੱਚ ਫੈਲੇ ਹੋਏ ਹਨ, ਉਹਨਾਂ ਬਾਰੇ ਗੁਰਸਿੱਖ ਨੇ ਕਿਸ ਤਰ੍ਹਾਂ ਸੋਚਣਾ ਹੈ। ਕਿਉਂਕਿ ਗੁਰਸਿੱਖ ਦੇ ਜੀਵਨ ਵਿੱਚ ਜੋ ਸਭ ਤੋਂ ਵੱਡੀ ਚੀਜ਼ ਹੈ ਉਹ ਸਤਿਗੁਰੂ ਜੀ ਦੀ ਮਿਹਰ ਔਰ ਬਖਸ਼ਿਸ਼ ਹੈ। ਸੱਚਾ ਤੇ ਸੁੱਚਾ ਗੁਰਸਿੱਖ ਕਦੇ ਵੀ ਭਰਮਾਂ ਵਹਿਮਾਂ ਵਿੱਚ ਨਹੀਂ ਫਸਦਾ, ਨਾ ਉਹ ਰਿਚੁਅਲਸ ਦੇ ਮਗਰ ਜਾਂਦਾ ਹੈ, ਸਗੋਂ ਸ਼ੁੱਧ ਜੀਵਨ ਜਿਉਂਦਾ ਹੋਇਆ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ। ਸੋ ਇਸ ਆਖਰੀ ਬੰਦ ਵਿੱਚ ਜੋ ਸਮੁੱਚੀ ਬਾਣੀ ਦਾ ਤੱਤ ਸਾਰ ਦਿੱਤਾ ਹੋਇਆ ਹੈ, ਉਸ ਦੇ ਦੋ ਪੱਖ ਕਹੇ ਜਾ ਸਕਦੇ ਹਨ। ਪਹਿਲਾ ਤਾਂ ਇਹ ਹੈ ਕਿ ਸਤਿਗੁਰੂ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਜਿਹੜੇ ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਦੇ ਸਾਰੇ ਕਾਰਜ ਪੂਰੇ ਹੁੰਦੇ ਨੇ। ਉਹਨਾਂ ਤੇ ਮਿਹਰ ਅਤੇ ਬਖਸ਼ਿਸ਼ ਹੁੰਦੀ ਹੈ, ਜਿਹਦੇ ਕਾਰਨ ਉਹਨਾਂ ਦੇ ਕਿਸੇ ਵੀ ਕੰਮ ਵਿੱਚ ਵਿਘਨ ਜਾਂ ਰੁਕਾਵਟ ਨਹੀਂ ਆਉਂਦੀ। ਮਹਾਰਾਜ ਜੀ ਨੇ ਸਾਨੂੰ ਇਹ ਦੱਸਿਆ ਹੈ ਕਿ ਜਿਹੜੇ ਸਿਮਰਨ ਕਰਨ ਵਾਲੇ ਹਨ ਉਹ ਪ੍ਰਭੂ ਦੀ ਦਰਗਾਹ ਵਿੱਚ ਸੁਰਖਰੂ ਹੋ ਕੇ ਜਾਂਦੇ ਹਨ। ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਦੁਬਦਾ ਨਹੀਂ ਹੁੰਦੀ ਅਤੇ ਹਰ ਵੇਲੇ ਪ੍ਰਭੂ ਦੀ ਸੇਵਾ ਤੇ ਪ੍ਰਭੂ ਦੇ ਚਿੰਤਨ ਦੇ ਨਾਲ ਹੀ ਉਹ ਜੁੜੇ ਰਹਿੰਦੇ ਹਨ। ਦੂਸਰੀ ਗੱਲ ਮਹਾਰਾਜ ਜੀ ਨੇ ਜੋ ਦੱਸੀ ਹੈ ਉਹ ਇਹ ਹੈ ਕਿ ਗੁਰਸਿੱਖ ਨੇ ਕਦੀ ਵੀ ਇਹ ਨਹੀਂ ਸੋਚਣਾ ਕਿ ਇਹ ਦਿਨ ਚੰਗਾ ਹੈ, ਇਹ ਪਲ ਚੰਗਾ ਹੈ, ਇਹ ਘੜੀ ਚੰਗੀ ਹੈ, ਇਹ ਮੁਹੂਰਤ ਚੰਗਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸਿੱਖ ਨੂੰ ਸੋਚਣ ਦੀ ਲੋੜ ਹੈ, ਕਿਉਂਕਿ ਗੁਰਸਿੱਖ ਲਈ ਸਾਰੇ ਹੀ ਮਹੀਨੇ, ਸਾਰੇ ਹੀ ਵਾਰ, ਸਾਰੀਆਂ ਹੀ ਰੁੱਤਾਂ ਚੰਗੀਆਂ ਨੇ, ਸ਼ੁਭ ਨੇ, ਕਿਉਂਕਿ ਉਹ ਹਮੇਸ਼ਾ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਕੰਮ ਕਰਦਾ ਹੈ। ਸਾਧ ਸੰਗਤ, ਅਸੀਂ ਅੱਜ ਵੀ ਜਦੋਂ ਸੰਗਰਾਂਦ ਦਾ ਦਿਹਾੜਾ ਹੁੰਦਾ ਹੈ, ਉਸ ਵੇਲੇ ਬੜੇ ਚਾਅ ਨਾਲ ਗੁਰਦੁਆਰਾ ਸਾਹਿਬ ਜਾਂਦੇ ਹਾਂ ਅਤੇ ਮਹੀਨੇ ਦਾ ਪਾਠ ਸੁਣ ਕੇ ਇਹ ਮਹਿਸੂਸ ਕਰਦੇ ਹਾਂ ਕਿ ਅੱਜ ਕੋਈ ਸ਼ੁਭ ਦਿਹਾੜਾ ਹੈ ਅਤੇ ਅਸੀਂ ਕੋਈ ਸ਼ੁਭ ਕੰਮ ਕਰ ਰਹੇ ਹਾਂ। ਗੁਰਮਤਿ ਸਿਧਾਂਤ ਅਨੁਸਾਰ ਇਹੋ ਜਿਹੀ ਕੋਈ ਗੱਲ ਨਹੀਂ। ਸੰਗਰਾਂਦ ਦਾ ਦਿਹਾੜਾ ਕੋਈ ਵਿਸ਼ੇਸ਼ ਉਚੇਚ ਵਾਲਾ ਦਿਹਾੜਾ ਨਹੀਂ। ਗੁਰਸਿੱਖਾਂ ਨੂੰ ਕੇਵਲ ਇੰਨਾ ਹੀ ਸਮਝਣਾ ਚਾਹੀਦਾ ਹੈ ਕਿ ਨਵਾਂ ਮਹੀਨਾ ਸ਼ੁਰੂ ਹੋਇਆ ਹੈ ਔਰ ਅਸੀਂ ਸਤਿਗੁਰੂ ਜੀ ਦੇ ਉਪਦੇਸ਼ ਲੈ ਰਹੇ ਹਾਂ, ਉਹਨਾਂ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰਨੀ ਹੈ। ਹਿੰਦੂ ਧਰਮ ਦੇ ਵਿੱਚ ਸਤਿਗੁਰੂ ਜੀ ਦੇ ਸਮੇਂ ਇਸ ਪ੍ਰਕਾਰ ਦੇ ਅਨੇਕਾਂ ਹੀ ਵਹਿਮ ਅਤੇ ਭਰਮ ਮੌਜੂਦ ਸਨ ਕਿ ਫਲਾਣਾ ਦਿਨ ਚੰਗਾ ਹੈ, ਫਲਾਣਾ ਸਮਾਂ ਚੰਗਾ ਹੈ, ਫਲਾਣਾ ਮੁਹੂਰਤ ਚੰਗਾ ਹੈ। ਇਸ ਪ੍ਰਕਾਰ ਦੇ ਕੰਮ ਸੋਚ ਕੇ ਲੋਕ ਆਪਣੀ ਜ਼ਿੰਦਗੀ ਦੇ ਕਾਰਜਾਂ ਨੂੰ ਅੱਗੇ ਤੋਰਦੇ ਸਨ। ਤਾਂ ਸਤਿਗੁਰੂ ਜੀ ਨੇ ਇਸ 12 ਮਾਹੇ ਵਿੱਚ ਜੋ ਉਪਦੇਸ਼ ਦਿੱਤੇ ਹਨ, ਗੁਰਸਿੱਖਾਂ ਨੇ ਉਹਨਾਂ ਦੇ ਅਨੁਸਾਰ ਹੀ ਚੱਲਣਾ ਹੈ ਅਤੇ ਇਹ ਕਦੀ ਵੀ ਨਹੀਂ ਸੋਚਣਾ
कि इस संग्राम का दिहाड़ा बहुत वधिया है जां कोई होर दिहाड़ा बहुत वधिया है। गुरसिख लई सिमरन, गुरु सेवा, प्रेमा भगती, दुग्धा का त्याग, एक प्रभु का ओट ते आसरा, ये चीज़ां प्रमुख हैं अते यही इस 12 माहे का मुख संदेश है। हिंदू धर्म में अनेक प्रकार के शुभ अशुभ दिन गिने गए हैं। जोड़े दिन बड़े ही वधिया समझे जाते हैं, उन्हां विच 10 पुरब विशेष तौर पर मानता रखते हैं, जिहा कि पूर्णमाशी, मस्या, संग्रांद, सूरज ग्रहण, चंद्र ग्रहण, 2 अष्टमियां, 2 चौदे अते चानना ऐतवार। ये सारे 10 दिन हिंदू धर्म में बड़े शुभ समझे जाते हैं। इस तरह ही एक दशहरे का पुरब होता है, जिसनों ये समझा जाता है कि यह 10 प्रकार के पाप हरन वाला दिन है। ये जेठ सुदी दसवीं होता है अते गंगा का जन्मदिन समझा जाता है। इस तरह ही थित्तां का ख्याल किया जाता है। कुल 15 थित्तां हैं। एकम, दूज, तीज, चौथ, पंचमी, छठी, सप्तमी, अष्टमी, नौवीं, दसवीं, एकादशी, द्वादशी, त्रयोदशी, चौदश अते मस्या। और इस तरह मस्या तो बाद एकम शुरू करके पूर्णमाशी तक ये 30 दिन कुल बनते हैं, 30 थित्तां बनदियां हैं। जिहड़ा चंद्रमा का चानना पक्ष है उसनूं सुधी किया जाता है, दूसरे नूं वधी किया जाता है। सो ये अनेकों प्रकार के दिहाड़ियां के संबंध विच लोकां दे विच उस वेले विचार प्रचलित सन और ज्योतिषियों कोलों पंडितां कोलों जाके लोग शुभ अशुभ का ख्याल करके अपने कार्य करते सन। अज भी असीं ये देखते हैं साडे समाज दे विच कोई विआह शादी करनी होवे तां शुभ दिन शुभ मुहूर्त पुछया जाता है, पंडित की सलाह ली जाती है अते एक खास पल के उत्ते खास मुहूर्त के उत्ते उस कार्य में सिरे चाढ़िया जाता है। इस तरह ही होर भी अनेकों वहम ते भरम हैं। सतगुरु जी ने जो एक टाइम की कल्पना है साडे अपने इंडियन ट्रडिशन दे विच उहदा विस्तार नाल जिक्र बाणी विच कीता है। असीं रोज़ पढ़ते हैं सोहला साहब विच, विसवे चस्या घड़ियां पैरां, थित्ती वारी माओ हुआ, सूरज एको रुत अनेक, नानक करते के कीते वेस। विसवा सब तो छोटी यूनिट है साडे ਲਈ टाइम की। ये समझा जाता है कि अख 15 वारी फड़कती है तो एक विसा बनता है, 15 विसे होण तो एक चस्सा बनता है, 30 चस्से होण तो एक पल बनता है, 60 पल होण तो एक घड़ी बनती है, 7 घड़ियां होण तो एक पैर बनता है, 8 पैरां का दिन अते रात होंदा है, 4 पैर दिन के अते 4 पैर रात के। इस तरह जो मुहूर्त लोग कढाउंदे ने वो 2 घड़ियां का समा होंदा है, लगभग 48 मिनट। और कोशिश होती है कि उस शुभ समय के उत्ते जो शुभ कार्य ने उस सिरे चाढ़े जान। इस तरह 6 रुतां हैं और होर भी अनेकों दिन तिहार जिहड़े ने हिंदू धर्म के विच मन्ने जाते हैं। सतगुरु जी ने सानू ये उपदेश दिता है कि इन्हां चीज़ों के कोई अर्थ नहीं, ना ही किसी दिन को माड़ा कहना चाहिए, ना ही किसी दिन को चंगा समझ के उहदे विच अपने आप को गवाउणा चाहिए है। सारे ही दिन ते वार जिहड़े ने वो चंगे ने, वधिया ने, ते गुरसिख ने इस निशाने नूं लैके ही अगे वधना है। सतगुरु जी गुरु नानक देव जी महाराज ने अपने 12 माहे विच जिस वेले उसकी अंतका लिखी है उहदे विच भी उन्होंने लिखिया है, बे-10 माह थित्ती वार भले। बे-10 का मतलब 12, बे 2 ते 10 12, 12 महीने थित्तां वार सारे भले ने, घड़ी मूरत पल साचे आए सहज मिले। जदों असीं सच्चे नाल जुड़ जाते हैं तो साडे लिए सारे पल घड़ियां मुहूर्त चंगे बन जाते हैं। प्रभ मिले प्यारे कारज सारे,
करता सब बिल जाने, जिनसी गारी तिसे प्यारी, मेल भया रंग माने। वो प्यारा मिल जाए, अकाल पुरख दे नाल साडी सुरत जुड़ जाए, तो साडे भी सारे दिन वार ते पल घड़ियां चंगियां हो जांदियां ने, वधिया हो जांदियां ने। तो साध संगत, श्री गुरु अर्जन देव जी महाराज सानू अपने इस 12 माह माझ दे अंदर आखिरी पदे दे अंदर, आखिरी पद दे अंदर ये सारियां चीज़ां समझा रहे हैं कि गुरसिख ने उस तरह ही लकीर दे फकीर बन के संग्रांतां जां मस्या दे हिसाब विच नहीं चलना, सगों उसने अपने जीवन में सच्चा ते सुच्चा बना के नाम ते सिमरन द्वारा वाहिगुरू के चरणों नाल जोड़ना है। सतगुरु जी फरमा रहे हैं, जिन जिन नाम तिहाया, तिनके काज सरे। जड़े जड़े जीवां ने नाम ते आया है, प्रभु का सिमरन किया है, उन्होंने दे सारे ही काम सरे पूरे हो गए, उन्होंने सारे ही काम पूरे हो गए। क्योंकि गुरसिख इस तरह सोचता है, कारज सगल सवारे सतगुर, जप जप साधु पै निहाल। संतो हर 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 आराधो, हर आराध सबो कुछ पाइए, कारज सगले साधु। सो हरि की आराधना करके, प्रभु को याद करके, प्रभु के अगे अरदास करके, सिमरन करके सिख ने सोचना है कि मेरे ये नाल सारे काम सिद्धे होंगे, मेरिया सब इच्छावां मनोकामनावां पूरियां होणगियां, उन्होंने किसी दिन जा वार के पिछे भजन की लोड़ नहीं। हर गुर पूरा आराध्या, दर गए सच खरे। महाराज जी कहते हैं कि जिन्हें अपने हरि नूं, अपने सतगुरु नूं आराध्या है, याद किया है, उन्हों की याद में जुड़िया है, उन्होंने सिमरन में जुड़िया है, वो जीव दर गए सच खरे। वो दरगाह दे विच सच्चे होकर खलोते, चंगे समझे गए हैं, वधिया समझे गए हैं। गुरसिखां ने अपने वाहिगुरू नाल जुड़ना है, अपने सतगुरु के बचनों नाल, सतगुरु के उपदेशों नाल जुड़ना है। महाराज जी कह रहे हैं, सर्ब सुखां निध चरण हर, पौजल बिखम तरे। वाहिगुरु के चरण हर, प्रभु के जो चरण हैं, पैर हैं, वो सारे सुखां का खजाना हैं। सर्ब सुखां निध, निध मने खजाना, सारे सुखां का खजाना प्रभु के चरण हैं। पौजल बिखम तरे, जिदे नाल जुड़ के असी बिखम, बिखम बन औखा कठन, पौजल डरावना समुंदर, असी इस संसार रूपी डरावने समुंदर तो पार हो सकते हैं। मतलब ये है कि गुरसिख का जो कोई ओट ते आसरा है, वो अपने प्रभु का सिमरन है, प्रभु का नाम है, प्रभु की याद है। क्योंकि प्रभु ही सानू सारे दुखों के विचों, कष्टों के विचों पार करने वाला है। अगन सागर बूढ़त संसार, महाराज जी ने बाणी फरमाया है कि इस सारा संसार अग के सागर विच, समुद्र विच डुब रहा है। पर गुरसिख नूं जिहड़ा सतगुरु के चरणों नाल जुड़िया है, महाराज जी कहते हैं, नानक बाह पकड़ सतगुरु निस्तार। जिहदा गुरु ते यकीन हो गया, विश्वास हो गया, उसनूं अकाल पुरख ने, वाहिगुरू ने आप ही इस अग्नि के सागर तो पार कर दिता है।
ਸਾਧ ਜਣਾ ਕੈ ਸੰਗ ਭਵਜਲ ਤਾਰੀਆਂ। ਸੰਗਤ ਵਿੱਚ ਆ ਕੇ, ਗੁਰਸਿੱਖਾਂ ਵਿੱਚ ਬੈਠ ਕੇ, ਗੁਰਮੁਖਾਂ ਵਿੱਚ ਬੈਠ ਕੇ, ਸੰਤ ਪੁਰਸ਼ਾਂ ਦੀ ਸੰਗਤ ਕਰਕੇ ਅਸੀਂ ਸੰਸਾਰ ਦੇ ਭਵਜਲ ਤੋਂ ਪਾਰ ਹੋ ਸਕਦੇ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹਿ ਜਰੇ। ਪ੍ਰੇਮ ਭਗਤ, ਪ੍ਰੇਮ ਅਤੇ ਭਗਤੀ, ਉਹ ਭਗਤੀ ਜਿਹੜੀ ਪ੍ਰੇਮ ਨਾਲ ਕੀਤੀ ਜਾਵੇ, ਵਿਸ਼ਵਾਸ ਨਾਲ ਕੀਤੀ ਜਾਵੇ, ਨਿਸ਼ਚੇ ਨਾਲ ਕੀਤੀ ਜਾਵੇ। ਮਹਾਰਾਜ ਕਹਿੰਦੇ ਨੇ ਕਿ ਜਿਹੜੇ ਪ੍ਰੇਮਾ ਭਗਤੀ ਵਿੱਚ ਜੁੜ ਗਏ ਨੇ, ਉਹਨਾਂ ਨੇ ਆਪਣੇ ਪ੍ਰਭੂ ਦਾ ਪ੍ਰੇਮ ਪਾ ਲਿਆ ਹੈ। ਉਹ ਸਾਰੀਆਂ ਖੁਸ਼ੀਆਂ ਦੇ ਪਾਤਰ ਬਣ ਗਏ ਨੇ, ਸਾਰੀਆਂ ਬਖਸ਼ਾਂ ਉਹਨਾਂ ਨੂੰ ਉੱਥੋਂ ਪ੍ਰਾਪਤ ਹੋਣ ਲੱਗ ਪੈਂਦੀਆਂ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹਿ ਜਰੇ। ਫਿਰ ਪਦਾਰਥਾਂ ਦੀ ਭੁੱਖ ਜਿਹੜੀ ਹੈ, ਸੰਸਾਰਕ ਵਸਤੂਆਂ ਦੀ ਭੁੱਖ ਜਿਹੜੀ ਹੈ, ਜੋ ਵਿਖਿਆ ਰੂਪੀ ਹੈ, ਜ਼ਹਿਰ ਰੂਪੀ ਹੈ, ਮਹਾਰਾਜ ਜੀ ਕਹਿੰਦੇ ਨੇ ਕਿ ਉਹ ਅਸਰ ਨਹੀਂ ਕਰਦੀ, ਉਹਦਾ ਕੋਈ ਵੀ ਉਹਦੇ ਤੇ ਪ੍ਰਭਾਵ ਨਹੀਂ ਰਹਿੰਦਾ, ਕਿਉਂਕਿ ਉਹ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਸਤਿਗੁਰੂ ਜੀ ਫਰਮਾ ਰਹੇ ਨੇ, ਕੂੜ ਗਏ ਦੁਬਿਧਾ ਨਸੀ। ਮਨੁੱਖ ਹਮੇਸ਼ਾ ਦੁਬਿਧਾ ਵਿੱਚ ਰਹਿੰਦਾ ਹੈ। ਦੁਬਿਧਾ ਦੋ ਤਰ੍ਹਾਂ ਦਾ ਮਨ, ਕਿ ਇਹ ਕੰਮ ਕਰਾਂ ਕਿ ਨਾ ਕਰਾਂ, ਮੈਂ ਪ੍ਰਭੂ ਦੇ ਸਿਮਰਨ ਵਿੱਚ ਜੁੜਾਂ ਕਿ ਨਾ ਜੁੜਾਂ। ਇਹ ਜਿਹੜੀ ਇਨਡਿਸੀਜਨ ਦੀ ਹਾਲਤ ਹੈ, ਮਨੁੱਖ ਹਮੇਸ਼ਾ ਇਹਦੇ ਵਿੱਚ ਰਹਿੰਦਾ ਹੈ, ਦੁਬਿਧਾ ਵਿੱਚ ਰਹਿੰਦਾ ਹੈ, ਕਿਉਂਕਿ ਉਹ ਪੂਰੀ ਤਰ੍ਹਾਂ ਆਪਣੇ ਵਿੱਚ ਵਿਸ਼ਵਾਸ ਪੈਦਾ ਨਹੀਂ ਕਰਦਾ। ਜਿਤਨਾ ਚਿਰ ਪੂਰੀ ਤਰ੍ਹਾਂ ਭਰੋਸਾ ਨਹੀਂ ਹੁੰਦਾ, ਅਕਾਲ ਪੁਰਖ ਸਤਿਗੁਰੂ ਦੇ ਚਰਨਾਂ ਤੇ ਵਿਸ਼ਵਾਸ ਨਹੀਂ ਆਉਂਦਾ, ਪ੍ਰਤੀਤ ਨਹੀਂ ਬਚਦੀ, ਮਹਾਰਾਜ ਜੀ ਕਹਿੰਦੇ ਨੇ ਕਿ ਉਹਨਾਂ ਚਿਰ ਮਨੁੱਖ ਨੂੰ ਕੁਝ ਮਿਲਦਾ ਨਹੀਂ। ਤੇ ਜਿਸ ਵੇਲੇ ਇਹ ਦੁਬਿਧਾ ਚਲੀ ਜਾਂਦੀ ਹੈ ਤੇ ਸਿਮਰਨ ਦੁਆਰਾ, ਨਾਮ ਦੁਆਰਾ ਉਹ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਫਿਰ ਉਹਦੇ ਅੰਦਰ ਸੱਚ ਦਾ ਨਿਵਾਸ ਹੋ ਜਾਂਦਾ ਹੈ। ਉਹ ਪੂਰੀ ਤਰ੍ਹਾਂ ਸ਼ੁੱਧ ਮਨੁੱਖ ਬਣ ਜਾਂਦਾ ਹੈ। ਉਹ ਪ੍ਰਭੂ ਦੀ ਸੱਚੀ ਤੇ ਸੁੱਚੀ ਜੋਤ ਦਾ ਹਿੱਸਾ ਬਣ ਜਾਂਦਾ ਹੈ। ਉਹ ਮਹਾਰਾਜ ਜੀ ਕਹਿ ਰਹੇ ਨੇ, ਕੂੜ ਗਏ ਦੁਬਿਧਾ ਨਸੀ। ਝੂਠ ਖਤਮ ਹੋ ਜਾਂਦਾ ਹੈ, ਕੂੜ ਗਏ, ਮਾੜੇ ਵਿਚਾਰ ਚਲੇ ਜਾਂਦੇ ਨੇ। ਤੇ ਜਦੋਂ ਸਤਿਗੁਰ ਦੇ ਚਰਨਾਂ ਨਾਲ ਜੁੜ ਗਿਆ, ਫਿਰ ਦੁਬਿਧਾ ਵੀ ਖਤਮ ਹੋ ਗਈ। ਫਿਰ ਪੂਰੀ ਤਰ੍ਹਾਂ ਪ੍ਰਤੀਤ ਦੇ ਨਾਲ, ਕਮਿਟਮੈਂਟ ਦੇ ਨਾਲ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ। ਪੂਰਨ ਸੱਚ ਪਰੇ, ਪੂਰੀ ਤਰ੍ਹਾਂ ਉਹ ਸੱਚ ਦਾ ਹਿੱਸਾ ਬਣ ਗਿਆ, ਸੱਚ ਦੇ ਨਾਲ ਭਰਪੂਰ ਹੋ ਗਿਆ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ, ਉਸ ਦੀ ਸੱਚੀ ਤੇ ਸੁੱਚੀ ਜੋਤ ਦਾ ਭਾਗ ਬਣ ਗਿਆ। ਪਾਰ ਬ੍ਰਹਮ ਪ੍ਰਭ ਸੇ ਮੁੰਦੇ, ਮਨ ਅੰਦਰ ਏਕ ਧਰੇ। ਮਹਾਰਾਜ ਜੀ ਕਹਿੰਦੇ ਨੇ ਕਿ ਜਿਸ ਵੇਲੇ ਇਹ ਅਵਸਥਾ ਆ ਗਈ, ਦੁਬਿਧਾ ਖਤਮ ਹੋ ਗਈ, ਰਖ ਰਖ ਚਰਨ ਧਰੇ ਵਿਚਾਰੀ, ਦੁਬਿਧਾ ਛੋੜ ਪਏ ਨਿਰੰਕਾਰੀ। ਉਸ ਨਿਰੰਕਾਰ ਨਾਲ ਜੁੜਦਾ ਹੈ। ਪਾਰ ਬ੍ਰਹਮ ਪ੍ਰਭ ਸੇਵਦੇ। ਮਹਾਰਾਜ ਜੀ ਕਹਿੰਦੇ ਨੇ ਕਿ ਫਿਰ ਉਹ ਪ੍ਰਭੂ ਦੀ ਸੇਵਾ ਕਰਦਾ ਹੈ, ਅਕਾਲ ਪੁਰਖ ਦੀ ਸੇਵਾ ਕਰਦਾ ਹੈ, ਹੋਰ ਚੀਜ਼ਾਂ ਵੱਲ ਨਹੀਂ ਭੱਜਦਾ। ਪਾਰ ਬ੍ਰਹਮ ਪ੍ਰਭ ਸੇ ਮੁੰਦੇ, ਮਨ ਅੰਦਰ ਏਕ ਤਰੇ। ਇੱਕ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਨੂੰ ਉਹ ਆਪਣੇ ਮਨ ਅੰਦਰ ਨਹੀਂ ਲਿਆਉਂਦਾ, ਹੋਰ ਕਿਸੇ ਓਟ ਤੇ ਆਸਰੇ ਨੂੰ ਉਹ ਨਹੀਂ ਮੰਨਦਾ। ਉਹ ਇੱਕੋ ਹੀ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੀਆਂ ਸਭ ਅਰਦਾਸਾਂ ਕਰਦਾ ਹੈ, ਬੇਨਤੀਆਂ ਕਰਦਾ ਹੈ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਨ ਤਾਂ ਕੀ ਓਟ ਗਹੀ ਜਾਰੇ। ਸਤਿਗੁਰੂ ਜੀ ਦੇ ਸਾਨੂੰ ਉਪਦੇਸ਼ ਨੇ ਕਿ ਹੇ ਜੀਵ, ਜੇ ਕੁਛ ਤੂੰ ਪ੍ਰਾਪਤ ਕਰਨਾ ਹੈ ਤਾਂ ਉਹ ਪ੍ਰਭੂ ਦੇ ਚਰਨਾਂ ਨਾਲ ਜੁੜ, ਉਹਦੇ ਨਾਲ ਪਾਸੇ ਹੋਣ ਦੀ ਲੋੜ ਨਹੀਂ। ਪ੍ਰਭੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਵੱਲ, ਹੋਰ ਕਿਸੇ ਵਹਿਮ ਵਿੱਚ, ਹੋਰ ਕਿਸੇ ਭਰਮ ਵਿੱਚ, ਹੋਰ ਕਿਸੇ ਕਰਮ ਕਾਂਡ ਵਿੱਚ ਪੈਣ ਦੀ ਤੈਨੂੰ ਲੋੜ ਨਹੀਂ। ਨਾ ਤੈਨੂੰ ਸੰਗਰਾਂਦਾਂ ਮਨਾਉਣ ਦੀ ਲੋੜ ਹੈ, ਨਾ ਤੈਨੂੰ ਮੱਸਿਆ ਮਨਾਉਣ ਦੀ ਲੋੜ ਹੈ, ਨਾ ਤੈਨੂੰ 14 ਦੇ ਇਸ਼ਨਾਨ ਕਰਨ ਦੀ ਲੋੜ ਹੈ। ਤੈਨੂੰ ਲੋੜ ਹੈ ਨਾਮ ਤੇ ਸਿਮਰਨ ਦੇ ਇਸ਼ਨਾਨ ਵਿੱਚ ਆਪਣੇ ਆਪ ਨੂੰ ਲਗਾ ਲੈ। ਇਹਦੇ ਵਿੱਚੋਂ ਸਾਰੇ ਸੁੱਖ ਤੈਨੂੰ ਪ੍ਰਾਪਤ ਹੋਣਗੇ।
ਅੰਤਲੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਸਾਨੂੰ ਜੋ ਦਿਨਾਂ ਮਹੀਨਿਆਂ ਦੇ ਵਹਿਮ ਹਨ ਉਹਨਾਂ ਬਾਰੇ ਸੁਚੇਤ ਕਰ ਰਹੇ ਹਨ। ਮਹਾ ਦਿਵਸ ਮੂਰਤ ਭਲੇ। ਮਹੀਨੇ ਚੰਗੇ ਕਿਹਨਾਂ ਦੇ ਹਨ? ਮਹੀਨੇ। ਦਿਵਸ, ਕੋਈ ਕਹਿੰਦਾ ਸੋਮਵਾਰ ਚੰਗਾ ਹੈ, ਕੋਈ ਕਹਿੰਦਾ ਹੈ ਮੰਗਲਵਾਰ ਮਾੜਾ ਹੈ, ਕੋਈ ਕਹਿੰਦਾ ਬੁੱਧਵਾਰ ਵਧੀਆ ਦਿਨ ਹੈ। 7 ਦਿਨ ਹਨ, ਵੀਰ ਸ਼ੁੱਕਰ ਸ਼ਨੀ। ਕੋਈ ਕਹਿੰਦਾ ਹੈ ਸ਼ਨੀ ਮਾੜਾ ਹੈ, ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ। ਦਿਨਾਂ ਬਾਰੇ ਵੀ ਅਸੀਂ ਕਈ ਵਿਚਾਰ ਬਣਾਏ ਹੋਏ ਨੇ। ਮਹਾਰਾਜ ਜੀ ਕਹਿੰਦੇ ਕਿ ਨਾ ਮਹੀਨਿਆਂ ਦੀ ਗੱਲ ਸੋਚੋ, ਨਾ ਦਿਨਾਂ ਦੀ ਗੱਲ ਸੋਚੋ। ਮੂਰਤ ਮਹੂਰਤ, ਨਾ ਤੁਹਾਨੂੰ ਮਹੂਰਤ ਕਢਾਉਣ ਦੀ ਲੋੜ ਹੈ ਕਿ ਕਿਹੜੀ ਘੜੀ ਚੰਗੀ ਹੈ, ਕਿਹੜੀ ਘੜੀ ਮਾੜੀ ਹੈ, ਕਿਹੜੀ ਘੜੀ ਵਧੀਆ ਅਤੇ ਸ਼ੁਭ ਸ਼ਗਨਾਂ ਵਾਲੀ ਹੈ ਜਿਸ ਵੇਲੇ ਸ਼ੁਭ ਕੰਮ ਕੀਤੇ ਜਾਣ। ਇਸ ਤਰ੍ਹਾਂ ਦੇ ਵਹਿਮਾਂ ਵਿੱਚ ਭਰਮਾਂ ਵਿੱਚ ਪੈਣ ਦੀ ਤੁਹਾਨੂੰ ਕੋਈ ਲੋੜ ਨਹੀਂ। ਮਹਾਰਾਜ ਜੀ ਕਹਿੰਦੇ ਨੇ ਇਹ ਸਾਰੇ ਦਿਨ, ਸਾਰੇ ਮਹੀਨੇ, ਸਾਰੀਆਂ ਘੜੀਆਂ, ਸਾਰੇ ਮਹੂਰਤ ਉਹਨਾਂ ਲਈ ਭਲੇ ਹਨ ਜਿਸ ਕੋ ਨਦਰ ਕਰੇ, ਜਿਹਦੇ ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੋ ਜਾਏ, ਬਖਸ਼ਿਸ਼ ਦੀ ਨਜ਼ਰ ਹੋ ਜਾਏ, ਉਹਦੇ ਲਈ ਹਰ ਦਿਨ ਚੰਗਾ ਹੈ, ਹਰ ਘੜੀ ਚੰਗੀ ਹੈ, ਹਰ ਮਹੀਨਾ ਚੰਗਾ ਹੈ, ਹਰ ਸਮਾਂ ਚੰਗਾ ਹੈ। ਸੋ ਇਸ ਕਰਕੇ ਗੁਰਸਿੱਖ ਨੇ ਹਮੇਸ਼ਾ ਇਹਨਾਂ ਕਰਮਕਾਂਡੀ ਵਿਚਾਰਾਂ ਤੋਂ ਬਾਹਰ ਨਿਕਲ ਕੇ ਉੱਚੇ ਉੱਠ ਕੇ ਪ੍ਰਭੂ ਦੇ ਪ੍ਰੇਮ ਅਤੇ ਬਖਸ਼ਿਸ਼ ਦੀ ਮੰਗ ਕਰਨੀ ਹੈ। ਇਸ ਤੋਂ ਇਲਾਵਾ ਉਹਨੂੰ ਹੋਰ ਕਿਸੇ ਚੀਜ਼ ਦੀ ਮੰਗ ਕਰਨ ਦੀ ਲੋੜ ਨਹੀਂ, ਨਾ ਉਹਨੂੰ ਕਿਸੇ ਦੀ ਇੱਛਾ ਕਰਨੀ ਚਾਹੀਦੀ। ਆਖਰੀ ਪੰਕਤੀ ਵਿੱਚ ਮਹਾਰਾਜ ਜੀ ਫਰਮਾ ਰਹੇ ਨੇ, ਨਾਨਕ ਮੰਗੇ ਦਰਸ ਦਾਮ, ਕਿਰਪਾ ਕਰੋ ਹਰੇ। हे ਪ੍ਰਭੂ, ਮੈਂ ਤੁਹਾਡੇ ਦਰਸ਼ਨਾਂ ਦਾ ਦਾਨ ਮੰਗਦਾ ਹਾਂ, ਮੇਰੇ ਤੇ ਕਿਰਪਾ ਕਰੋ, ਮੈਨੂੰ ਮਿਹਰ ਕਰੋ, ਮੈਨੂੰ ਕਰਮ ਕਾਂਡ ਵਿੱਚੋਂ ਬਚਾਓ। ਸਤਿਗੁਰੂ ਜੀ ਨੇ ਬਾਣੀ ਵਿੱਚ ਅਨੇਕਾਂ ਥਾਵਾਂ ਤੇ ਸਾਨੂੰ ਕਰਮ ਕਾਂਡ ਪ੍ਰਤੀ ਸੁਚੇਤ ਕੀਤਾ ਹੈ, ਅਲਰਟ ਕੀਤਾ ਹੈ। ਮਾਹਾਂ ਰੁੱਤੀ ਆਵਣਾ, ਵੇਖੋ ਕਰਮ ਕਮਾਏ। ਮਾਹਾਂ ਰੁੱਤੀ ਮੈਂ ਸਦ ਬਸੰਤ। ਇਸ ਤਰ੍ਹਾਂ ਮਹਾਰਾਜ ਜੀ ਨੇ ਥਿੱਤੀ ਨਾਂ ਦੀ ਬਾਣੀ ਵਿੱਚ ਲਿਖਿਆ ਹੈ, 15 ਥਿੱਤੀ ਤੈ 7 ਵਾਰ, ਮਾਹਾਂ ਰੁੱਤੀ ਆਵੈ ਵਾਰ ਵਾਰ, ਦਿਨ ਸਰੈਣ ਤਿਵੇਂ ਸੰਸਾਰ, ਆਵਾ ਗਉਣ ਕੀਆ ਕਰਤਾਰ। ਵਾਰਾਂ ਦੀ ਗੱਲ ਕਰਦੇ ਹਾਂ, ਮਹਾਰਾਜ ਜੀ ਨੇ ਇਹ ਉਪਦੇਸ਼ ਦਿੱਤੇ ਨੇ ਥਿੱਤਾਂ ਤੇ ਵਾਰਾਂ ਲਈ ਕਿ ਇਹਨਾਂ ਦੇ ਕੋਈ ਅਰਥ ਨਹੀਂ, ਇਹ ਤੇ ਆਉਂਦੇ ਜਾਂਦੇ ਰਹਿੰਦੇ ਨੇ। ਇਸ ਲਈ ਕੋਈ ਸਿੱਖਾਂ ਨੂੰ ਪਰਵਾਹ ਕਰਨ ਦੀ ਲੋੜ ਨਹੀਂ। ਔਰ ਬੜੇ ਹੀ ਜ਼ੋਰਦਾਰ ਸ਼ਬਦਾਂ ਵਿੱਚ ਮਹਾਰਾਜ ਨੇ ਕਿਹਾ ਹੈ, ਥਿੱਤੀ ਵਾਰ ਸੇਵੈ ਮੁਗਧ ਗੁਆਰ। ਥਿੱਤਾਂ ਤੇ ਵਾਰਾਂ ਦਾ ਜੋ ਖਿਆਲ ਕਰਦੇ ਨੇ, ਮਹਾਰਾਜ ਕਹਿੰਦੇ ਨੇ ਕਿ ਉਹ ਮੁਗਧ ਨੇ, ਗੁਆਰ ਨੇ। ਉਹਨਾਂ ਨੂੰ ਸਮਝ ਨਹੀਂ ਹੈ ਕਿਉਂਕਿ ਉਹ ਪ੍ਰਭੂ ਦੀ ਕਿਰਪਾ ਦੇ ਪਾਤਰ ਬਣਨ ਬਾਰੇ ਨਹੀਂ ਸੋਚਦੇ। ਇੱਕ ਅਜੀਬ ਪ੍ਰਕਾਰ ਦੇ ਪਖੰਡ ਵਿੱਚ, ਕਰਮ ਕਾਂਡ ਵਿੱਚ ਗੁਆਚੇ ਰਹਿੰਦੇ ਹਨ। ਇਸੇ ਕਰਕੇ ਮਹਾਰਾਜ ਜੀ ਨੇ ਸਾਨੂੰ ਹੁਕਮ ਦਿੱਤੇ ਨੇ ਕਿ ਅਸੀਂ ਹਰ ਵੇਲੇ ਪ੍ਰਭੂ ਦੀ ਕਿਰਪਾ ਲਈ ਅਰਦਾਸ ਕਰਨੀ ਹੈ। ਸਕਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਨੋ ਇੱਕ ਦੀਨਾ, ਦੇਹੋ ਦਰਸ ਨਾਨਕ ਬਲਿਹਾਰੀ, ਜਿਹੜਾ ਬਲ ਬਲ ਕੀਨਾ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਸੋ ਸਾਧ ਸੰਗਤ, 12 ਮਾਹ ਮਾਝ ਦਾ ਮੁੱਖ ਸੰਦੇਸ਼ ਇਹ ਹੈ ਕਿ ਅਸੀਂ ਸ਼ੁਭ ਕਰਮ ਕਰਦੇ ਹੋਏ ਇਸ ਸੰਸਾਰ ਵਿੱਚ ਆਪਣਾ ਜੀਵਨ ਜਿਉਣਾ ਹੈ ਅਤੇ ਕਰਮ ਕਾਂਡ ਵਿੱਚ ਨਹੀਂ ਫਸਣਾ, ਭਰਮਾਂ ਤੇ ਵਹਿਮਾਂ ਵਿੱਚ ਨਹੀਂ ਫਸਣਾ, ਸੰਗਰਾਂਦਾਂ ਤੇ ਮੱਸਿਆ ਦੇ ਵਿੱਚ ਨਹੀਂ ਫਸਣਾ। ਸਿਰਫ ਇੱਕ ਪ੍ਰਭੂ ਦੀ ਬਖਸ਼ਿਸ਼ ਦੀ ਹਰ ਵੇਲੇ ਮੰਗ ਕਰਨੀ ਹੈ। ਉਹਦੀ ਕਿਰਪਾ ਹੋਏਗੀ ਤਾਂ ਸਾਡਾ ਸਾਰਾ ਹੀ ਜੀਵਨ ਖੁਸ਼ੀਆਂ ਭਰਿਆ, ਹਰ ਘੜੀ ਸਾਡੇ ਲਈ ਸ਼ੁਭ ਤੇ ਚੰਗੀ ਹੋਏਗੀ। ਇਸ ਲਈ ਸਤਿਗੁਰੂ ਸਾਨੂੰ ਕਿਰਪਾ ਕਰਨ ਕਿ ਅਸੀਂ 12 ਮਾਹ ਮਾਝ ਦੇ ਉਪਦੇਸ਼ਾਂ ਨੂੰ ਮੰਨਦੇ ਹੋਏ ਆਪਣੇ ਜੀਵਨ ਇਸ ਢੰਗ ਦਾ ਬਣਾਈਏ ਕਿ ਅਸੀਂ ਕਰਮ ਕਾਂਡ ਤੋਂ ਮੁਕਤ ਹੋ ਜਾਈਏ ਅਤੇ ਦਿਨਾਂ ਦੇ ਸ਼ੁਭ ਅਸ਼ੁਭ ਦੇ ਜਿਹੜੇ ਖਿਆਲ ਹਨ ਇਹਨਾਂ ਨੂੰ ਤਿਆਗ ਕੇ ਸੱਚ ਨਾਲ ਜੁੜੀਏ, ਸਿਮਰਨ ਨਾਲ ਜੁੜੀਏ, ਨਾਮ ਨਾਲ ਜੁੜੀਏ ਔਰ ਸਤਿਗੁਰੂ ਦੀ ਅਕਾਲ ਪੁਰਖ ਦੀ ਬਖਸ਼ਿਸ਼ ਦੇ ਪਾਤਰ ਬਣੀਏ। ਸਤਿਗੁਰੂ ਕਿਰਪਾ ਕਰਨ।
ਸਾਨੂੰ ਆਪਣੀ ਕਿਰਪਾ ਦੇ ਪਾਤਰ ਬਣਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।